ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਖੇ ਹਲਕੇ ਦੇ ਆਗੂਆਂ ਤੇ ਵਰਕਰ ਮਿਲਣੀ ਪ੍ਰੋਗਰਾਮ ਕੀਤਾ ਗਿਆ। ਪਾਰਟੀ ਦੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਪ੍ਰਧਾਨ ਜ਼ਿਲ੍ਹਾ ਦਿਹਾਤੀ ਵੱਲੋਂ ਵਰਕਰਾਂ ਦੇ ਵੱਡੇ ਕਾਫਲੇ ਸਮੇਤ ਕੇਂਦਰੀ ਮੰਤਰੀ ਸ਼ੇਖਾਵਤ ਦੇ ਤਲਵੰਡੀ ਸਾਬੋ ਪਹੁੰਚਣ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਤਲਵੰਡੀ ਸਾਬੋ ਪਹੁੰਚਦਿਆਂ ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਨਮਸਤਕ ਹੋਏ ਤੇ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਮਿੱਥੇ ਪ੍ਰੋਗਰਾਮ ਅਨੁਸਾਰ ਕੇਂਦਰੀ ਮੰਤਰੀ ਸ਼ੇਖਾਵਤ ਨੇ ਸਮੂਹ ਆਗੂਆਂ ਤੇ ਵਰਕਰਾਂ ਸਮੇਤ ਰਵੀਪ੍ਰੀਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪਹੁੰਚ ਕੇ ਵਰਕਰਾਂ ਨਾਲ ਜਾਣ ਪਛਾਣ ਕੀਤੀ ਤੇ ਮੁਸ਼ਕਲਾਂ ਵੀ ਸੁਣੀਆਂ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਭਾਰਤ ਦੇਸ਼ ਅੰਗਰੇਜ਼ ਸਰਕਾਰ ਤੋਂ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦ ਕਰਵਾਇਆ ਗਿਆ ਹੈ। ਆਓ ਆਪਾਂ ਆਜ਼ਾਦੀ ਦਾ ਨਿੱਘਾ ਆਨੰਦ ਮਾਣੀਏ। ਉਹਨਾਂ ਭਾਰਤੀ ਪ੍ਰਤੀ ਗੱਲ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕ ਹਿੱਟ ਪਾਰਟੀ ਹੈ ਤੇ ਭਾਰਤੀ ਜਨਤਾ ਪਾਰਟੀ ਵਿੱਚ ਛੋਟੇ ਤੇ ਵੱਡੇ ਲੀਡਰ ਤੱਕ ਸਭ ਦਾ ਮਾਨ ਸਨਮਾਨ ਬਿਨਾਂ ਕਿਸੇ ਪੱਖਪਾਤ ਹਮੇਸ਼ਾ ਬਰਾਬਰ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਦੇਸ਼ ਵਾਸੀਆਂ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ ਤੇ ਰਵੀਪ੍ਰੀਤ ਸਿੰਘ ਸਿੱਧੂ ਅਤੇ 71 ਆਗੂਆਂ ਵੱਲੋਂ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸਨਮਾਨਿਤ ਕੀਤਾ ਗਿਆ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮਾੜੇ ਹਾਲਾਤ ਪ੍ਰਤੀ ਸੂਬਾ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਹੈ ਤੇ ਸੂਬੇ ਅੰਦਰ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਕਾਂਗੜ, ਸਰੂਪ ਚੰਦ ਸਿੰਗਲਾ, ਜਗਦੀਪ ਸਿੰਘ ਨਕਈ, ਰਾਜ ਨੰਬਰਦਾਰ ਦਿਆਲ ਸਿੰਘ ਦਾਸ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਅਤੇ ਮਹਿਲਾ ਵਰਕਰ ਹਾਜ਼ਰ ਸਨ। ਤਲਵੰਡੀ ਸਾਬੋ ਤੋਂ RDN ਨਿਊਜ਼ TV ਲਈ ਰੇਸ਼ਮ ਦਾਦੂ ਦੀ ਖਾਸ ਰਿਪੋਰਟ। ਸਾਡੀ ਬੈਠ ਜਾਓ ਸਾਰੇ ਵੀਰੋ, ਬੈਠ ਜਾਓ ਸਾਰੇ, ਬੈਠ ਜਾਓ। ਸਾਬਤ ਕਰ ਦਿੱਤਾ ਔਰ ਪਿਛਲੇ ਦਿਨੀ ਜਿਸ ਦਿਨ ਇਹਦੀ ਤਾਜ ਮੇਰੇ ਇਲਾਕੇ ਦੇ ਮੇਰੇ ਭਰਾ, ਮੇਰੀਆਂ ਮਾਤਾ ਭੈਣਾਂ, ਮੇਰੇ ਬਜ਼ੁਰਗ ਪ੍ਰੀਤ ਸਿੱਧੂ ਜੀ ਦਾ ਇਸ ਕਰਕੇ ਉਚੇਚੇ ਤੌਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਧਰਤੀ ਤੇ ਅੱਜ ਭਾਰਤ ਸਰਕਾਰ ਦੇ ਜੱਜ ਜੀ ਤੁਹਾਡਾ ਅਸੀਂ ਜੀ ਆਇਆਂ ਆਖਦੇ ਹਾਂ ਤੁਹਾਨੂੰ। ਦੇ ਨਾਲ ਕਾਂਗੜ ਸਾਹਿਬ, ਨਕਈ ਸਾਹਿਬ, ਜੀਵਨ ਗੁਪਤਾ ਜੀ, ਸੁਭਾਸ਼ ਸ਼ਰਮਾ ਜੀ, ਜਿੰਨੀ ਵੀ ਲੀਡਰਸ਼ਿਪ ਇੱਥੇ ਬੀਜੇਪੀ ਵਾਲਿਆਂ ਨੂੰ ਜੀ ਆਇਆਂ ਆਖਦੇ ਹੈਗੇ। ਮੈਂ ਤਲਵੰਡੀ ਸਾਬੋ ਹਲਕੇ ਦੀ ਜਿਹੜੀ ਸੰਗਤ ਇੱਥੇ ਤੁਸੀਂ ਪਿਛਲੇ 20 ਦਿਨਾਂ 'ਚ ਦੂਜਾ ਇੱਕ ਬੜਾ ਜ਼ਬਰਦਸਤ ਇਕੱਠ ਕਰਕੇ ਜਿਹੜਾ ਤੁਸੀਂ ਇੱਥੇ ਐਡਾ ਵੱਡਾ ਹਜੂਮ ਤੁਸੀਂ ਇੱਥੇ ਇਕੱਠਾ ਕੀਤਾ ਹੈਗਾ। ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸ਼ੇਖਾਵਤ ਸਾਹਿਬ। 15 ਦਿਨ ਪਹਿਲੇ ਪ੍ਰਧਾਨ ਸਾਹਿਬ ਆਏ ਥੇ ਇਧਰ ਤਲਵੰਡੀ ਸਾਬੋ 'ਚ। ਅਹੁਦਾ ਸੰਭਾਲ ਸਮਾਰੋਹ ਸੀਗਾ ਜੀ ਮੇਰਾ, ਜਿਹੜਾ ਤੁਸੀਂ ਮੇਰੇ ਤੇ ਬਖਸ਼ਿਸ਼ ਕੀਤੀ ਹੈ, ਪਾਰਟੀ ਨੇ ਬਖਸ਼ਿਸ਼ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਤੁਸੀਂ ਸਾਨੂੰ ਲਾਇਆਗਾ। ਉਦੋਂ ਜਦੋਂ ਆਏ ਪ੍ਰਧਾਨ ਜੀ ਤੇ ਇਦੋਂ ਦੁੱਗਣਾ ਤਿੱਗਣਾ ਘੱਟ ਸੀਗਾ ਜੀ ਉਦੋਂ। ਤੇ ਜਿਵੇਂ ਅਕਾਲੀ ਦਲ ਵਾਲਿਆਂ ਨੂੰ ਭੁਲੇਖਾ ਇਹੋ ਜਿਹੇ ਪਿੰਡੂ ਹਲਕੇ ਵਿੱਚ ਬੀਜੇਪੀ ਪੈਰ ਨਹੀਂ ਜਮਾ ਸਕਦੀ। ਸ਼ੇਖਾਵਤ ਸਾਹਿਬ ਅੱਜ ਵੀ ਉਸ ਦਿਨ ਵਾਂਗੂ 90-95% ਬੰਦੇ ਪਿੰਡਾਂ ਵਾਲੇ ਨੇਗੇ ਜੀ। ਸੋ ਇਹ ਮੁਕੰਮਲ ਤੌਰ ਤੇ ਪੰਜਾਬ ਦੇ ਪਿੰਡਾਂ ਦੇ ਬੰਦੇ ਅੱਜ ਬੀਜੇਪੀ ਦੇ ਨਾਲ ਖੜੇ ਨੇ, ਅੱਜ ਸਾਡੇ ਨਾਲ ਖੜੇ ਨੇਗੇ। ਤੇ ਮੈਂ ਵਿਸ਼ਵਾਸ ਤੁਹਾਨੂੰ ਦਿਵਾਉਣਾਗਾ ਕਿ ਜਿੱਦਣ ਦੇਖੋ ਇੱਥੇ ਤਾਂ ਚੱਲ ਪਏ ਇਹ ਤੇ ਅੱਧੇ ਪੰਜਾਬ ਵੀ ਚੱਲ ਪਏ, ਤੇ ਜਿੱਦਣ ਮੁਕੰਮਲ ਤੌਰ ਤੇ ਉਹ ਦਿਨ ਬਹੁਤ ਦੂਰ ਨਹੀਂ ਜਿੱਦਣ ਮੁਕੰਮਲ ਤੌਰ ਤੇ ਪੰਜਾਬੀ ਬੀਜੇਪੀ ਦੇ ਨਾਲ ਖੜ ਗਿਆ। ਤੇ ਜਿੱਦਣ ਖੜ ਗਿਆ ਤੇ ਫਿਰ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਸ਼ੇਖਾਵਤ ਸਾਹਿਬ। ਮੈਂ ਤੁਹਾਡਾ ਧੰਨਵਾਦ ਕਰਦਾਂਗਾ
ਦੇਖੋ ਇਕੱਠ ਕਿਤੇ ਕਦੇ ਹੁੰਦਾ ਹੈਗਾ, ਤੁਸੀਂ 15-20 ਦਿਨਾਂ 'ਚ 2 ਵਾਰੀ ਕਰਤਾ, ਉਹ ਵੀ ਸਰ ਕੋਈ ਸਾਧਨ ਨਹੀਂ भेजा इनको, ਇਹ ਆਪਣੀਆਂ ਗੱਡੀਆਂ ਤੇ ਆਉਂਦੇ ਨੇਗੇ ਵਿਚਾਰੇ, ਤੇ ਮੈਂ ਸਿਰ ਝੁਕਾਉਣਾ ਮੈਂ ਤੁਹਾਡੇ ਜਜ਼ਬੇ ਨੂੰ। ਤੇ ਜਿਵੇਂ ਕਾਂਗੜ ਸਾਹਿਬ ਨੇ ਕਿਹਾ, ਤੁਹਾਡੀ ਮਿਹਰ ਚਾਹੀਦੀ ਹੈ, ਗੁਰੂ ਦੀ ਮਿਹਰ ਚਾਹੀਦੀ ਹੈ, ਪਾਰਟੀ ਦਾ ਸਾਥ, ਪਾਰਟੀ ਨੇ ਆਪਣਾ ਹੱਥ ਫੜਿਆ ਹੋਇਆ ਹੈਗਾ, ਐ ਰੱਖਦੇ ਫੁੱਲ ਵਾਂਗੂ, ਦਿੱਲੀ ਜਾਓ ਜੋ ਮਰਜ਼ੀ ਕੰਮ ਕਹੋ ਐ ਰੱਖ ਦੇਣਗੇ। ਤੇ ਇੱਥੇ ਕੋਈ ਜਿਹੜੀ ਆਪਣੇ ਵਿੱਚ ਦਵਾਇਸ਼ ਪੈਦਾ ਕੀਤੀ ਹੋਈ ਹੈ ਅਕਾਲੀ ਦਲ ਨੇ ਜਾਂ ਹੋਰ ਆਮ ਆਦਮੀ ਵਾਲਿਆਂ ਨੇ, ਉਹ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਪੂਰਾ ਐ ਡਟ ਕੇ ਨਾਲ ਖੜਦੇ ਨੇਗੇ। ਤੁਸੀਂ ਦੇਖੋ ਮੇਰੇ ਵਰਗੇ ਇੱਕ ਨਾ ਚੀਜ਼ ਨੂੰ 1 ਸਾਲ ਦੇ ਅੰਦਰ ਨਾਲ ਤਾਂ ਟਿਕਟ ਦੇਤੀ, ਸੈਂਟਰ ਲੈਵਲ ਦੀ ਪਾਰਟੀ, ਸਭ ਤੋਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬੀਜੇਪੀ, ਟਿਕਟ ਵੀ ਮਿਲ ਗਈ, ਜ਼ਿਲ੍ਹਾ ਪ੍ਰਧਾਨ ਵੀ ਲਾਤਾ, ਤੁਹਾਡਾ ਸਾਥ ਵੀ ਮਿਲ ਗਿਆ ਸਾਰਿਆਂ ਦਾ। ਤੇ ਅੱਗੇ ਭਾਵੇਂ ਐਮਸੀ ਇਲੈਕਸ਼ਨ ਹੋਵੇ ਜਿਹੜੀ ਅਗਲੇ ਮਹੀਨੇ ਆਉਣੀ ਹੈ, ਭਾਵੇਂ ਐਮਐਲਏ ਇਲੈਕਸ਼ਨ, ਐਮਪੀ ਇਲੈਕਸ਼ਨ ਹੋਵੇ, ਜਿੱਥੇ ਤੈਅ ਹੈਗਾ ਵੀ ਸੈਂਟਰ ਵਿੱਚ ਮੋਦੀ ਸਾਹਿਬ ਦੀ ਸਰਕਾਰ ਬਣਨੀ ਹੀ ਬਣਨੀ ਹੈ, ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀਗੀ। ਤੇ ਉਸ ਤੋਂ ਬਾਅਦ ਜਦੋਂ ਇੱਕ ਵਾਰੀ 24 ਚ ਬਣ ਗਈ, ਤੇ ਜਿਹੜੇ ਮਾੜੇ ਮੋਟੇ ਅਕਾਲੀ ਦਲ ਵਾਲੇ ਰਹਿੰਦੇ ਨੇਗੇ ਜਾਂ ਕਾਂਗਰਸ ਵਾਲੇ ਰਹਿੰਦੇ ਨੇਗੇ, ਉਹ ਵੀ ਇੱਧਰ ਆ ਜਾਣਗੇ। ਤੇ 2027 ਵਿੱਚ ਸ਼ਿਕਾਵਤ ਸਾਹਿਬ ਮੈਨੂੰ ਇਹ ਲੱਗਦਾਗਾ ਵੀ ਜਿਵੇਂ 92 ਸੀਟਾਂ ਬੰਦ, ਇਹਨਾਂ ਨੂੰ ਤਾਂ ਚਲੋ ਗਲਤੀ ਨਾਲ ਦੇਤੀਆਂ ਲੋਕਾਂ ਨੇ, ਇੱਕ ਬਦਲਾਅ ਲੱਭਦੇ ਸੀਗੇ, ਉਦੋਂ ਆਪਣੇ ਉਲਟ ਵੀ ਥੋੜਾ ਜਿਹਾ ਸੀਗਾ ਰੋਸ, ਉਹ ਰੋਸ ਵੀ ਨਿਕਲ ਗਿਆ। ਤੇ ਮੁਕੰਮਲ ਤੌਰ ਤੇ ਮੈਨੂੰ ਲੱਗਦਾ ਵੀ ਉਹ 92 ਸੀਟਾਂ ਦਾ ਰਿਕਾਰਡ ਵੀ ਇਹ ਲੋਕ ਤੋੜ ਦੇਣਗੇ 2027 ਚ। ਫਿਰ ਜਿਵੇਂ ਆ ਮੈਂ ਗੱਲ ਕੀਤੀ ਤਲਵੰਡੀ ਸਾਬੋ ਲੋਕਲ ਇਸ਼ੂਜ਼ ਬਾਰੇ, ਆ ਇੱਥੇ ਵਿਜੇ ਜੀ ਬੈਠੇ ਨੇਗੇ ਜਿਨ੍ਹਾਂ ਤੋਂ ਫਰੌਤੀ ਮੰਗੀ ਗਈ ਸੀਗੀ। ਫਰੌਤੀ ਮੰਗੀ ਕਿਹਨੇ ਸੀਗੇ ਜੀ? 2 ਲੀਡਰਾਂ ਨੇ, ਇੱਕ ਕਾਂਗਰਸ ਪਾਰਟੀ ਦਾ ਸੀਗਾ, ਇੱਕ ਅਕਾਲੀ ਦਲ ਦਾ ਸੀਗਾ। ਇਹ ਪੁਰਾਣੀ ਇਹਨਾਂ ਦੀ ਆਦਤ ਹੈਗੀ, ਇੱਥੇ ਲੋਕਾਂ ਨੂੰ ਤੰਗ ਕਰਦੇ ਨੇਗੇ, ਉਹਨਾਂ ਤੋਂ ਫਰੌਤੀਆਂ ਮੰਗਦੇ ਨੇਗੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀਗਾ ਵੀ ਅਸੀਂ ਇਹਨਾਂ ਦੇ ਨਾਲ ਡਟ ਕੇ ਖੜੇ, ਉਹਨਾਂ ਦੇ ਪਰਚੇ ਵੀ ਹੋਏ। ਤੇ ਸ਼ਿਕਾਵਤ ਸਾਹਿਬ ਨੇ ਮੇਰੇ ਤੋਂ ਡਿਟੇਲ ਵੀ ਮੰਗੀ ਆ ਉਹ ਪਰਚੇ ਦੀ, ਪਰ ਅੱਜ ਤੱਕ 3.5 ਮਹੀਨੇ ਹੋ ਗਏ, ਪਰਚਾ ਜ਼ਰੂਰ ਹੋ ਗਿਆ ਸੀਗਾ ਫਟਾਫਟ, ਪਰ ਕੋਈ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਪਰਚੇ ਤੇ। ਤੇ ਸ਼ਿਕਾਵਤ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆਗਾ ਕਿ ਇਹ ਆਪ ਉਸ ਮੁੱਦੇ ਨੂੰ ਚੱਕ ਕੇ ਆਪਦੇ ਸਿਰੇ ਨੇਪਰੇ ਚੜਾਉਣਗੇ। ਸੋ ਇਹਨਾਂ ਦਾ ਦੇਖੋ, ਜਿਵੇਂ ਕਾਂਗੜ ਸਾਹਿਬ ਨੇ ਕਿਹਾ, ਇੱਥੇ ਕੋਈ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਆਇਆ, ਹੈਗੀ ਤਾਂ ਹੈ ਆਪਣੀ ਇੱਥੇ, ਪਰ ਉਹ ਤਾਂ ਨਾ ਬਰਾਬਰ ਹੀ ਹੈਗੀ, ਉਹ ਸਾਰਾ ਦਿਨ ਬਸ ਘੂ ਕਰਦੀ ਫਿਰਦੀ ਹੈ ਕਿ ਉਹਨੂੰ ਗੱਡੀ ਗੁੱਡੀ ਮਿਲ ਗਈ ਹੈਗੀ, ਤੁਹਾਡੇ ਕਿਸੇ ਕੰਮ ਨਹੀਂ ਆਈ। ਉਹ ਕੋਈ ਤੁਹਾਨੂੰ ਨੌਕਰੀ ਨਹੀਂ ਦਿੱਤੀ, ਕੋਈ ਜਨਾਨੀਆਂ ਨੂੰ 1000 ਰੁਪਇਆ ਨਹੀਂ ਮਿਲਿਆ, ਸਿਰਫ ਤੇ ਸਿਰਫ ਝੂਠ ਬੋਲਿਆ ਉਹਨਾਂ ਨੇ। ਤੇ ਝੂਠ ਬੋਲ ਕੇ ਤੁਹਾਨੂੰ ਭੁਲੋ ਕੇ, ਆਪਾਂ ਵਿਚਾਰੇ ਆਪਾਂ ਪੰਜਾਬੀ ਹੁੰਦੇ ਆ, ਆਪਾਂ ਦਿਲੋਂ ਸੋਚਦੇ ਆ, ਦਿਮਾਗ ਨਾਲ ਨਹੀਂ ਸੋਚਦੇ। ਤੇ ਮੈਂ ਤੁਹਾਨੂੰ ਇੱਕ ਹੁਣ ਗੱਲ ਦੱਸ ਦਿੰਨਾਗਾ, ਹੁਣ ਟਾਈਮ ਆਇਆਗਾ ਕਿ ਆਪਾਂ ਦਿਮਾਗ ਨਾਲ ਸੋਚਣ ਲੱਗ ਜਾਈਏ, ਆਪਾਂ ਇਕਜੁੱਟ ਹੋ ਜਾਈਏ। ਸੈਂਟਰ ਦੀ ਪਾਰਟੀ ਹੈ, ਸੈਂਟਰ ਦੀ ਸਰਕਾਰ ਹੈ, ਨਾਲ ਖੜੇ ਨੇਗੇ। ਕਿਤੇ ਦੇਖਿਆ ਤੁਸੀਂ ਵੀ ਸੈਂਟਰ ਦਾ ਮੰਤਰੀ ਐ ਬੈਠਾ ਹੋਊਗਾ, ਜਿਹੜਾ ਮਰਜ਼ੀ ਆ ਜਾਓ ਕਹਿੰਦਾ ਫੋਟੋ ਖਿਚਾਉਣੀ, ਫੋਟੋ ਖਿਚਾ ਲੂਗਾ, ਜਿਹੜਾ ਮਰਜ਼ੀ ਕੰਮ ਕਹਿ ਦਾ ਕੰਮ ਦੇਖ ਲਿਆ ਇਹਨਾਂ ਨੇ, ਦੇਖਿਆ ਤੁਸੀਂ ਕਿਤੇ ਹੈ? ਸੋ ਆਪਾਂ ਸਿਆਣੇ ਬਣੀਏ, ਹੱਥ ਫੜੀਏ ਸੈਂਟਰ ਦਾ। ਤੇ ਤੁਹਾਡੇ ਵਿੱਚ ਬੰਦੇ ਵੀ ਇਹੋ ਜਿਹੇ ਦਿੱਤੇ ਹੋਏ ਨੇ, ਨਕਈ ਸਾਹਿਬ ਬੈਠੇ ਨੇ, ਕਾਂਗੜ ਸਾਹਿਬ ਬੈਠੇ ਨੇ, ਮੇਰੇ ਵਰਗੇ ਅਸੀਂ ਪਿੰਡਾਂ ਵਾਲੇ ਤਾਂ ਹੈਗੇ, ਹੋਰ ਆਪਾਂ ਕੀ ਲੱਭਦੇ ਆ? ਅੰਨਾ ਕੀ ਲੱਭੇ 2 ਅੱਖਾਂ। ਸੋ ਆਪਾਂ ਹੁਣ ਮੁਕੰਮਲ ਤੌਰ ਤੇ ਇਹਨਾਂ ਦੇ ਨਾਲ ਖੜ ਜਾਈਏ। ਅੱਜ ਦੇ ਇਕੱਠ ਨੇ ਤੇ ਜਿਹੜਾ ਤੁਸੀਂ ਪਿੱਛੇ 9 ਤਰੀਕ ਨੂੰ ਕੀਤਾ ਸੀਗਾ, ਉਹਦੇ ਇਕੱਠ ਨੇ ਤਾਂ ਮੈਨੂੰ ਤਾਂ ਵਿਸ਼ਵਾਸ ਦਵਾਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇੰਨੀ ਵੱਡੀ ਗਿਣਤੀ 'ਚ ਇੱਥੇ ਆਏ। ਤੇ ਅਸੀਂ ਇੱਕ ਤੁਹਾਨੂੰ ਗਾਰੰਟੀ ਵੀ ਦਿੰਦੇ ਆ ਵੀ ਜਿਹੜਾ ਵੀ ਕੋਈ ਕੰਮ ਹੋਇਆ, ਭਾਵੇਂ ਉਹ ਸੈਂਟਰ ਤੱਕ ਹੋਊਗਾ, ਭਾਵੇਂ ਉਹ ਪੰਜਾਬ ਦਾ ਹੋਊਗਾ, ਸਾਰੀ ਲੀਡਰਸ਼ਿਪ ਬੈਠੀ ਹੈ ਕਿ ਨਕਈ ਸਾਹਿਬ, ਕਾਂਗੜ ਸਾਹਿਬ, ਇਹਨਾਂ ਨੂੰ ਵੀ ਮੈਂ ਕਹਿਣਾਗਾ ਵੀ ਤਕੜੇ ਹੋ ਕੇ ਸਾਡੇ ਨਾਲ ਲੱਗੋ, ਕਿਉਂਕਿ ਲੋਕ ਆਪਣੇ ਨਾਲ ਤੁਰ ਪਏ ਨੇਗੇ ਹੁਣ, ਤੇ ਆਪਾਂ ਨੂੰ ਵੀ ਇਹਨਾਂ ਨਾਲ ਖੜਨ ਦਾ ਹੁਣ ਆਪਾਂ ਨੂੰ ਵੀ ਖੜਨਾ ਪੈਣਾ ਇਹਨਾਂ ਨਾਲ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। भारतीय जनता पार्टी श्री गजेंद्र सिंह तलवंडी साबो की इस पवित्र और पूजित धरती को अपने सिर पर धारण करते हुए आज इस कार्यक्रम में उपस्थित भारतीय जनता पार्टी के जिला प्रधान मेरे छोटे भाई श्री रविप्रीत सिंह जी सिद्धू, मंच पर उपस्थित भारतीय जनता पार्टी के
उपाध्यक्ष आदरणीय सुभाष शर्मा जी, आदरणीय दयाल सिंह सोढ़ी जी, महामंत्री आदरणीय जीवन गुप्ता जी। एयर स्ट्राइक होगी, सर्जिकल स्ट्राइक जो है उरी के बाद में हुई होगी, उसको लेकर के जिस तरह के प्रश्न चिन्ह खड़े करके हमारी सेनाओं को मनोबल गिराने का प्रयास किया होगा, या झूठे नारे देकर के जनता को झूठ करके और उस सत्ता का दुरुपयोग करते हुए केवल और केवल अपनी जेबें भरने के लिए काम किया होगा, या ऐसी पार्टी जिस पार्टी ने देश को जो बांटने का काम किया, पार्टी ने आजादी के समय में अपनी महत्वाकांक्षाओं की पूर्ति के लिए शिक्षा को जन्म दिया, जिसमें लाखों लाखों लोगों का नरसंहार हुआ। ऐसी पॉलिटिकल पार्टी कांग्रेस जैसी, जिसने देश को धर्म के आधार पर, मजहब के आधार पर, भाषा के आधार पर, बोली में रहते हुए केवल भारत को केवल और केवल गर्त में पहुंचाने के अतिरिक्त कुछ नहीं किया। पैसा वसूल करना और नहीं देने पर उसके घर पर गोलियां चला करके उसके परिजनों की हत्या की जा रही है। अभी मैं जब यहाँ बैठा था तभी मुझे रविप्रीत बता रहे थे कि विजय कुमार जी यहाँ बैठे, इनसे फिरौती मांगी गई। रविप्रीत और भारतीय जनता पार्टी के कार्यकर्ता इनके साथ में खड़े रहे, इनको धमकी भरे कॉल दिए गए, इनके साथ में बदमाशी करने की कोशिश की गई। पुलिस ने भी उसमें आधी अधूरी कार्रवाई अभी तक की। जितने लोग पकड़े गए हैं उसमें इंडियन नेशनल कांग्रेस के लोग भी और अकाली दल के लोग भी, लेकिन आज भी जो मुख्य अभियुक्त है उसको पुलिस बचा रही है। मुझे लगता है कि कहीं न कहीं उसमें किसी सत्तारूढ़ पार्टी के किसी व्यक्ति का हाथ होगा, इसको लेकर के पुलिस उसको बचाने की कोशिश कर रही है। स्थिति दुर्भाग्यपूर्ण है। ये केवल एक विजय कुमार नहीं, पंजाब के हर कस्बे में, हर गांव में आज व्यापार करने वाले व्यक्ति के दिल में इसी तरह का खतरा बना रहता है। टेलीफोन आता है तब टेलीफोन उठाने से पहले आम आदमी जो है वो सोचता है कि ये टेलीफोन पता नहीं किस नंबर से आ रहा है, और मुझे जो अगर इंटरनेट कॉल है तो उसके मन में जो है निश्चित रूप से उसके दिल की धड़कन तेज हो जाती है कि ये जरूर कहीं ना कहीं फिरौती के लिए कॉल आया होगा। और ये बीमारी केवल यहाँ तक नहीं है, यहाँ से बढ़कर के पंजाब के गैंगस्टर्स ने आज राजस्थान में भी इस तरह की हरकतें करना प्रारंभ कर दिया। ये जो कमजोर सरकार बनी है और जिस तरह से जो है अनुभवीहीन लोगों की सरकार बनी है, उसके कारण से पंजाब में आज अराजकता का माहौल है। और जिस तरह से वर्तमान सरकार के विधायकों ने लूट खसोट प्रारंभ की है, जिस तरह से उन्होंने हर जगह पर अपना हफ्ता वसूलने का काम प्रारंभ किया है, जिस तरह से हर जगह में भ्रष्टाचार उन्होंने करने का काम प्रारंभ किया है, अब आज जो है पूत के पांव पालने में नजर आने लगे। उनके काम जो है 1 साल में लोगों को समझ में आने लग गए। और मुझे ऐसा लगता है कि पंजाब की जनता अपने आप को, पंजाब के लोग थोड़ा भोले वाले लोग होते हैं, मैं मानता हूँ वो यहाँ से नहीं सोचते, दिल से सोचते, दिमाग के बजाय दिल से ज्यादा सोचते हैं। दिल में जज के कि नहीं, अब की बार तो जो है आम आदमी परिवर्तन करना, और आम आदमी पार्टी को आशीर्वाद दिया और आम आदमी पार्टी को इतनी बड़े बहुमत के साथ में सरकार बना करके सत्ता के सिंहासन पर बिठाया। लेकिन आज पंजाब का आम व्यक्ति अपने आप को ठगा हुआ महसूस करता है। पंजाब का आम व्यक्ति अपने साथ में धोखा हुआ है, हमसे गलती हुई है, इस बात को समझने लगा है। माताओं बहनों को जिस तरह के सपने, मैं आज ही आपको बता देता हूँ कि ये भत्ता अभी आपको आगे आने वाले 3 साल तक और नहीं देने वाले। जब अगला चुनाव आएगा, 3-4 महीने बचेंगे, तब आपको भत्ता देकर के आपको राजी करने की कोशिश करेंगे। लेकिन अब की बार पंजाब के लोगों को इस तरह के भुलावे में आने की आवश्यकता नहीं है। हमको इस बात की चिंता सिर्फ इस बात की करनी है, और भारतीय जनता पार्टी के प्रत्येक कार्यकर्ता को सजग रह करके इसके लिए काम करना है कि ये पंजाब का नुकसान किस तरह से कम कर पाए, और इनकी हर गलत हरकत पर हमको उसके लिए सड़क पर उतर करके संघर्ष करने की आवश्यकता है। वरना 4 साल में ये पंजाब को उस गर्त में पहुंचा देंगे जहां से निकालने में शायद पंजाब को अगले कई साल तक संघर्ष करना पड़े। और ये जो नुकसान होगा, ये केवल हमारा नुकसान नहीं हो, हमारी आने वाली पीढ़ी का नुकसान होगा, हमारे आने वाले भविष्य का नुकसान होगा। पूरा देश आगे बढ़ जाएगा। और पंजाब जिस गति से पिछड़ रहा है, जिस तरह से पंजाब में इस लूट खसोट के चलते जो पहले की सरकारों के समय में हुई और आज भी उसी तरह से चल रही है। आज पंजाब में किसी तरह की कोई इंडस्ट्री नहीं, कोई उद्योग धंधा पंजाब में लगाना नहीं चाहता। जो कुछ किसी ने लगाया था वो भी लगाए, लोग यहाँ से लेकर के अपने उद्योग धंधों को लेकर के या तो हिमाचल जाते हैं, या हरियाणा में जाकर के इंडस्ट्री एस्टेब्लिश करते हैं, या मेरे राजस्थान में जाकर के इंडस्ट्री एस्टेब्लिश करते हैं। कोई आज पंजाब में रोजगार देने के लिए उद्योग लगाने को राजी नहीं। ऐसी परिस्थिति में हम सबको इस पर विचार करते हुए कि हमारे भविष्य के लिए और इस देश के भविष्य के लिए पंजाब में भारतीय जनता पार्टी एकमात्र ऑल्टरनेटिव है, और उसको मजबूत करने की जिम्मेदारी आप सबको उठानी पड़ेगी। अभी मैं जब यहाँ बैठा था, मुझे एक रेलवे स्टेशन पर जो है ट्रेन नहीं रुकती, उसको लेकर के एक विषय बताया गया।
और रविप्रीत ने मुझे आग्रह पूर्वक कहा है, मैं आपको भरोसा दिलाता हूं कि धर्म की नगरी है और यहाँ पर आने वाले लोगों की सुविधा के लिए मैं माननीय रेल मंत्री अश्विनी वैष्णव जी से बात करूंगा कि उस यहाँ पर इसका आदेश शीघ्र इसके आदेश जो है जारी करें ताकि लोगों को इसको लेकर के राहत मिल सके। लेकिन ये विषय बहुत छोटा विषय, ये विषय बहुत छोटा विषय, छोटे छोटे विषयों को लेकर के भी हम आगे बढ़ेंगे। हम जिस तरह के काम है उन सबको करने की जिम्मेदारी हमारी है, लेकिन अभी जो बड़ी जिम्मेदारी वो है कि हम किस तरह से 2024 के चुनाव में यहाँ कमल खिला सके। जो दूरियां, जो भ्रांति, जो हम लोगों के बीच में दीवारें खड़ी करने की कोशिश सियासतदानों ने की है, कांग्रेस साहब ने विस्तार से उसके बारे में बात की, मैं उसको दोहराना नहीं चाहता। उस कोशिश को कैसे नाकामयाब करके वापस दिलों को जोड़ने का काम जो है वो जिम्मेदारी आप सब लोगों को उठानी पड़ेगी। रविप्रीत बहुत होनहार बालक है और जब मेरे छोटे भाई की तरह है, और तब जब से मैं देख रहा हूं कि इन्होंने भारतीय जनता पार्टी का जब से दामन थामा है तब से निरंतर भारतीय जनता पार्टी को आगे बढ़ाने के लिए पूरे अपने प्राण की ऊर्जा से, अपने शरीर की ऊर्जा से, अपनी ताकत को झोंक करके लगे। मैं तो आप सब लोगों से यही आग्रह करूंगा कि इस होनहार युवा को आप सब लोग इसकी ताकत बढ़ाने के लिए आप सब लोग इसकी ताकत बनेंगे तो न केवल रविप्रीत मजबूत होंगे, भारतीय जनता पार्टी मजबूत होगी, अपितु हम अपने देश और पंजाब को भी, अपने प्रदेश को भी आगे बढ़ा पाएंगे। आप सब लोग आए, आप सब लोगों ने स्नेह के साथ में स्वागत किया, आप सब लोगों का बहुत सारा अभिनंदन करता हूं। भारत माता की कि जत्थेदार साहब से गुरु साहब के घर में दर्शन करने के बाद, मत्था टेकने के बाद में उनसे बातचीत हुई है। पंजाब के जो हालात हैं और जिस तरह की परिस्थितियां पंजाब में वर्तमान में हैं उसको लेकर के उनके मन में भी चिंता है, और जिस तरह से पंजाब में लॉ एंड ऑर्डर सिचुएशन डिटोरिएट हो रही है और ये गैंगस्टर कल्चर जिस तरह से बढ़ रही है, ड्रग्स का प्रकोप जिस तरह से पंजाब में बढ़ रहा है और पंजाब की युवा शक्ति को जिस तरह से खोखला किया जा रहा है सुनियोजित रूप से, इसको लेकर के भी उन्होंने अपनी चिंता व्यक्त की है। हमने विस्तार से इन सब विषयों पर बातचीत की है और आने वाले समय में किस तरह से सरकार इस पर काम कर रही है इसके बारे में मैंने उनको अवगत कराया है। सर, बंदी ਸਿੰਘਾਂ ਦੀ रिहाई की मांग की जा रही है, लगातार मोर्चे भी लगाए जा रहे हैं, केंद्र सरकार ने भी ऐलान किया भी। देखिए, माननीय प्रधानमंत्री जी ने गुरु साहब के प्रकाशोत्सव के समय में ये डिक्लेयर किया था और उस समय जो बंदी सिखों की रिहाई शेष थी, जो सज़ा पूरी कर चुके थे, ऐसे 11 लोगों का जो लिस्ट सौंपी गई थी उसमें से 2 को छोड़ करके बाकी सब की रिहाई हो चुकी है या जिनकी सज़ा कम करनी थी उनकी सज़ा भी कम हो चुकी है। शेष सूची जो भी उपलब्ध कराई गई है उस पर, क्योंकि ये न्यायिक प्रक्रिया है, कानून को अपना काम करना है, जिन लोगों की रिहाई की कार्रवाई कानून तय हो सकती है उस सब पे हम सब लोग मिलकर के प्रयास करें। केजरीवाल बोलते हैं